ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਰਿੱਤਰੋ ਵਿਖਿਆਨ 'ਤੇ ਜਿਹੜੀ ਸਾਡੀ ਵਿਚਾਰ ਲੜੀ ਚੱਲ ਰਹੀ ਹੈ, ਅੱਜ ਜਿਹੜਾ ਚਰਿੱਤਰ ਹੈ ਉਹ 154 ਨੰਬਰ ਚਰਿੱਤਰ ਹੈ। ਸਾਰੇ ਚਰਿੱਤਰਾਂ ਵਿੱਚ ਕੁਝ ਵੀ ਜੋ ਹੈ ਸਮਝਣ ਯੋਗ ਨਹੀਂ ਹੈ, ਸਿਰਫ ਬੇਫਜ਼ੂਲ ਅਸ਼ਲੀਲ ਗੱਲਾਂ ਗੱਪਾਂ ਮਾਰੀਆਂ ਹੋਈਆਂ ਹਨ। ਪਰ ਕਿਉਂਕਿ ਇਹਨਾਂ ਸਾਰੇ ਚਰਿੱਤਰਾਂ ਨੂੰ ਸਾਡੇ ਸਤਿਗੁਰਾਂ ਦੇ ਨਾਂ ਨਾਲ ਵੜਿਆ ਜਾਂਦਾ, ਇਸ ਲਈ ਮਜਬੂਰਨ ਬਸ ਸਾਨੂੰ ਇਹ ਪੜ੍ਹਨੇ ਪੈ ਰਹੇ ਆ। ਇੱਕ ਵਾਰ ਇਹਨਾਂ ਸਾਰਿਆਂ ਨੂੰ ਜ਼ਰੂਰ ਸੁਣ ਲੈਣਾ ਤਾਂ ਕਿ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਤੁਹਾਡਾ ਬਚ ਜਾਏਗਾ। ਜਿਹੜਾ ਅਸੀਂ ਦਸਮ ਗ੍ਰੰਥ ਵਾਰ-ਵਾਰ ਕੂਕਦੇ ਹਾਂ ਨਾ, ਉਹਦੇ ਵਿੱਚ ਕੀ ਲਿਖਿਆ ਹੋਇਆ, ਇਹ 579 ਪੰਨੇ ਆ। 579 ਪੰਨੇ ਇਸੇ ਚੀਜ਼ਾਂ ਦੇ ਲਿਖੇ ਹੋਏ ਨੇ। ਆ ਜਿਹੜੀਆਂ ਅਸ਼ਲੀਲ ਕਹਾਣੀਆਂ ਨੇ, ਉਹਨਾਂ ਵਿੱਚੋਂ ਇੱਕ ਕਹਾਣੀ ਅੱਜ ਅਸੀਂ ਪੜ੍ਹਦੇ ਹਾਂ। ਇੱਕ ਹੋਰ ਗੱਲ ਦੱਸ ਦੇਵਾਂ ਕਿ ਜੋ ਮਹਾਨ ਵਿਦਵਾਨ ਪੰਥ ਦੇ ਗਿਆਨੀ ਸੰਤ ਸਿੰਘ ਮਸਕੀਨ, ਉਹ ਇਹ ਕਹਿ ਰਹੇ ਸੀ, ਇੱਕ ਦਿਨ ਮੈਂ ਬਾਈਟ ਉਹਨਾਂ ਦੀ ਸੁਣਾਈ ਸੀ, ਉਹਨਾਂ ਦੀ ਕਿਸੇ ਨੇ ਸੁਣਨੀ ਹੋਵੇ ਮੈਂ ਉਹਨਾਂ ਦੀ ਵੀਡੀਓ ਭੇਜ ਸਕਦਾ ਤੁਹਾਨੂੰ, ਆਡੀਓ। ਉਹ ਕਹਿੰਦੇ ਜੀ ਇਹ ਕਵੀ ਵਾਸਤਾਇਨ, ਮਹਾਰਿਸ਼ੀ ਵਾਸਤਾਇਨ ਦੇ ਸੰਸਕ੍ਰਿਤ ਦੇ ਗ੍ਰੰਥ ਕਾਮ ਸੂਤਰ ਦਾ ਉਲਥਾ ਹੈ। ਪਰ ਹੁਣ ਅੱਜ ਜਿਹੜਾ ਚਰਿੱਤਰ ਮੈਂ ਪੜ੍ਹਨਾ ਨਾ, ਇਹ ਸਿਆਲਕੋਟ ਹੈ। ਸਿਆਲਕੋਟ ਜਦੋਂ ਪੰਜਾਬ ਸਾਂਝਾ ਸੀ ਤਾਂ ਉਹਦਾ ਇੱਕ ਹਿੱਸਾ ਸੀ, ਅਤੇ ਉੱਥੇ ਤਾਂ ਪੰਜਾਬੀ ਭਾਸ਼ਾ, ਗੁਰਮੁਖ ਵੀ ਜਿਹੜੀ ਲਿਪੀ ਹੈ ਉਹ ਸਾਡੇ ਗੁਰੂਆਂ ਨੇ ਬਣਾਈ। ਪਰ ਜਦੋਂ ਤੱਕ ਪੰਜਾਬੀ ਬੋਲੀ ਦੀ ਗੱਲ ਹੈ, ਪੰਜਾਬੀ ਬੋਲੀ ਬਹੁਤ ਪੁਰਾਣੀ ਹੈ, ਬਹੁਤ ਪੁਰਾਤਨ ਹੈ। ਸੋ ਇਹ ਜੇ ਵਾਕਿਆ ਹੀ ਇਹ ਚਰਿੱਤਰ ਪੰਜਾਬ ਵਿੱਚ ਸਿਆਲਕੋਟ ਵਿੱਚ ਵਾਪਰਿਆ ਹੋਏਗਾ, ਫਿਰ ਤਾਂ ਕਹਾਣੀ ਪੰਜਾਬੀ 'ਚ ਹੋਣੀ ਚਾਹੀਦੀ ਆ। ਅਤੇ ਸੰਤ ਸਿੰਘ ਮਸਕੀਨ ਕਹਿ ਰਹੇ ਹੋ ਕਿ ਸੰਸਕ੍ਰਿਤ ਦੇ ਗ੍ਰੰਥ ਦਾ ਉਲਥਾ ਹੈ, ਅਤੇ ਸੰਸਕ੍ਰਿਤ 'ਚ ਫਿਰ ਲਿਖ ਕੇ ਫਿਰ ਬ੍ਰਿਜ ਭਾਸ਼ਾ 'ਚ ਟਰਾਂਸਲੇਟ ਕਰਨਾ ਕੋਈ ਲੌਜਿਕ ਬਣਦਾ ਨਹੀਂ। ਕਹਿਣ ਦਾ ਮਤਲਬ ਉਹਨਾਂ ਨੇ ਬਿਨਾਂ ਕੁਛ ਪੜ੍ਹਿਆ, ਬਿਨਾਂ ਕੁਝ ਸੋਚੇ ਵਿਚਾਰੇ, ਨਾ ਉਹਨਾਂ ਦਾ ਬਹੁਤ ਵੱਡਾ ਹੈ, ਪੰਥ ਦੇ ਬੱਚੇ ਨੂੰ ਪਤਾ ਹੈ। ਪਰ ਜਿਸ ਗ੍ਰੰਥ ਦੇ ਉਹਨੇ ਰੈਫਰੈਂਸ ਦਿੱਤੀ ਹੈ, ਕਾਮ ਸੂਤਰ ਮਹਾਰਿਸ਼ੀ ਵਾਸਤਾਇਨ ਦਾ, ਉਹਦੇ ਵਿੱਚ ਇੱਕ ਵੀ ਚਰਿੱਤਰ ਨਹੀਂ ਆ। ਮੈਂ ਦੱਸ ਦੇਵਾਂ, ਕਿਸੇ ਨੂੰ PDF ਚਾਹੀਦਾ ਹੋਵੇ ਮੈਂ ਦੇ ਸਕਦਾ, ਮੈਂ ਐਵੇਂ ਹਵਾ 'ਚ ਗੱਲਾਂ ਨਹੀਂ ਕਰ ਰਿਹਾ। ਜੇ ਕਿਸੇ ਨੂੰ ਉਸ ਦਾ PDF ਲੈਣਾ ਹੈ, ਪੜ੍ਹਨਾ ਹੈ, ਉਹ ਸਿਰਫ 160 ਪੰਨਿਆਂ ਦਾ ਇੱਕ ਕਿਤਾਬਚਾ ਹੈ, ਅਰਥਾਂ ਸਮੇਤ ਹਿੰਦੀ ਵਿੱਚ ਅਰਥ ਕੀਤੇ ਹੋਏ, ਸਮਝਣਾ ਵੀ ਕੋਈ ਔਖਾ ਨਹੀਂ। ਔਰ ਇੱਕ ਵੀ ਚਰਿੱਤਰ ਨਹੀਂ ਹੈ, ਨਿਰਾ ਕੋਰਾ 100% ਝੂਠ ਬੋਲਿਆ। ਇਵੇਂ ਉਹਨਾਂ ਨੇ ਬਹੁਤ ਗੱਲਾਂ ਦੀਆਂ ਗੱਪਾਂ ਮਾਰੀਆਂ, ਝੂਠ ਬੋਲੀਆਂ, ਜਲੇਬੀ ਵਾਂਗੂ ਸਿੱਧੀਆਂ ਗੱਲਾਂ ਕੀਤੀਆਂ, ਪਰ ਨਾਂ ਉਹਨਾਂ ਦਾ ਬਹੁਤ ਵੱਡਾ। ਆਮ ਬੰਦਾ ਪੜ੍ਹਦਾ ਨਹੀਂ, ਉਹ ਕਹਿੰਦਾ ਜੀ ਉਹ ਕਿੱਦਾਂ ਗਲਤ ਹੋ ਸਕਦੇ। ਨਹੀਂ ਭਾਈ, ਕੋਈ ਵੀ ਬੰਦਾ ਆਪਣੀ ਕਿਸੇ ਲਾਲਚ ਵਸ, ਕਿਸੇ ਡਰ ਵਸ ਝੂਠ ਬੋਲ ਦਿੰਦਾ, ਉਹ ਸੱਚ ਨਹੀਂ ਹੁੰਦਾ। ਸੱਚ ਅਸੀਂ ਜਦੋਂ ਲੱਭ ਲੈਂਦੇ ਹਾਂ, ਫਿਰ ਅਸੀਂ ਝੂਠ 'ਤੇ ਕਦੀ ਵਿਸ਼ਵਾਸ ਨਹੀਂ ਕਰਦੇ। ਸੋ ਇਹ ਚਰਿੱਤਰ ਪੰਜਾਬ ਦਾ ਹੈ, ਸਿਆਲਕੋਟ ਦਾ ਹੈ। ਸੋ ਆਓ ਅਸੀਂ ਪੜ੍ਹਦੇ ਹਾਂ। ਸਿਆਲਕੋਟ ਕੇ ਦੇਸ ਮੈਂ, ਇਹ ਦੋਹਰਾਇਆ, ਸਿਆਲਕੋਟ ਕੇ ਦੇਸ ਮੈਂ ਦਰਪ ਕਲਾ ਇੱਕ ਬਾਮ। ਸਿਆਲਕੋਟ ਦੇ ਦੇਸ਼ ਵਿੱਚ ਇੱਕ ਦਰਪ ਕਲਾ ਨਾਂ ਦੀ ਔਰਤ ਰਹਿੰਦੀ ਸੀ। ਤਰਨ ਦੇ ਤਾਂ ਕੋ ਰਹੇ ਅਧਿਕ ਸਤਾਬਤ ਕਾਮ। ਉਹਦੀ ਨੌਜਵਾਨ ਸਰੀਰ ਸੀਗਾ ਅਤੇ ਉਹਨੂੰ ਕਾਮ ਬਹੁਤ ਸਤਾਉਂਦਾ ਸੀ। ਦਾਨੀ ਰਾਏ ਤਹਾਂ ਹੁਤੋ ਇੱਕ ਸ਼ਾਹ ਕੇ ਪੂਤ। ਇੱਕ ਸ਼ਾਹ ਦਾ ਪੁੱਤਰ ਜਿਹਦਾ ਨਾਂ ਦਾਨੀ ਰਾਏ ਸੀ, ਉੱਥੇ ਸੀਗਾ। ਸੂਰਤ ਸੀਰਤ ਕੇ ਵਿਖੇ ਵਿਦਨੇ ਕੀਓ ਸਪੂਤ। ਉਹਦੀ ਸੂਰਤ ਵੀ ਸੋਹਣੀ ਸੀ ਤਾਂ ਸੀਰਤ ਸੁਭਾਅ ਵੀ ਚੰਗਾ ਸੀ। ਦਰਪ ਕਲਾ ਤੇ ਸਾਹ ਕੀ ਦੋਹਿਤ ਰਹੇ ਅਪਾਰ। ਹੀਏ ਵਿਚਾਰੀਏ ਸ਼ਾਹ ਕੇ ਸੁਤ ਸੋ ਰਮੋ ਸੁਧਾਰ। ਉਹ ਜਿਹੜੀ ਅਸਲੀ ਦਰਪ ਕਲਾ ਸੀ ਨਾ, ਪਹਿਲਾਂ ਤਾਂ ਇੱਕ ਔਰਤ ਕਹਿ ਦਿੱਤਾ, ਬਾਅਦ 'ਚ ਦੱਸਿਆ ਵੀ ਉਹ ਰਾਜੇ ਦੀ ਲੜਕੀ ਸੀ। ਠੀਕ ਹੈ, ਕਿਉਂਕਿ ਕਵੀ ਦਾ ਕੋਈ ਸਿਰ ਪੈਰ ਨਹੀਂ ਹੈ। ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਐਵੇਂ ਕਿ ਤੁਸੀਂ ਭੁਲੇਖਾ ਨਾ ਖਾਓ, ਇਹ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਮੜਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਐਸੀਆਂ ਗੱਲਾਂ ਨਹੀਂ ਸਨ ਕਰਦੇ। ਠੀਕ ਹੈ, ਅਤੇ ਪਹਿਲਾਂ ਔਰਤ ਲਿਖਤਾ, ਫਿਰ ਲਿਖਤਾ ਵੀ ਉਹ ਰਾਜੇ ਦੀ ਲੜਕੀ ਸੀ। ਉਹ ਜਿਹੜਾ ਸ਼ਾਹ ਦਾ ਪੁੱਤਰ ਸੀ, ਉਹਦੇ ਨਾਲ ਉਹ ਸੰਬੰਧ ਬਣਾਉਣਾ ਚਾਹੁੰਦੀ ਸੀ। ਬੋਲ ਸ਼ਾਹ ਕੋ ਪੂਤ ਮੰਗਾਇਓ। ਉਸਨੇ ਫਿਰ ਕੀ ਕੀਤਾ, ਕਿਸੇ ਨੂੰ ਭੇਜ ਕੇ ਸ਼ਾਹ ਦੇ ਪੁੱਤਰ ਨੂੰ ਮੰਗਾਇਆ। ਕਾਮ ਕੇਲ ਤੇ ਸੰਗ ਕਮਾਇਓ। ਉਹਦੇ ਨਾਲ ਗਲਤ ਕੰਮ ਕੀਤਾ। ਮੈਂ ਅਸਲੀ ਅਰਥ ਨਹੀਂ ਕਰ ਰਿਹਾ, ਅਸ਼ਲੀਲ ਨੇ, ਇਹ ਆਪੇ ਪੜ੍ਹ ਸਕਦੇ ਹੋ। ਦਿਵਸ ਪੈ ਗ੍ਰਹਿ ਦੇਤ ਪਠਾਈ। ਜਦੋਂ ਦਿਨ ਹੁੰਦਾ ਸੀ ਅਤੇ ਉਹਨੂੰ ਉਹਦੇ ਘਰ ਵਾਪਸ ਭੇਜ ਦਿੰਦੀ ਸੀ। ਰਹਿਣ ਪਏ ਪੁੰਨ ਲੇਤ ਬੁਲਾਈ। ਰਾਤ ਨੂੰ ਉਸ ਨੂੰ ਆਪਣੇ ਕੋਲ ਬੁਲਾ ਲੈਂਦੀ ਸੀ। ਕੌਣ? ਰਾਜੇ ਦੀ ਲੜਕੀ।
ਐਸੀ ਪ੍ਰੀਤ ਦੋਹਨ ਮੈਂ ਭਈ, ਲੋਕ ਲਾਜ ਸਭ ਹੀ ਤਜ ਦਈ। ਇੱਦਾਂ ਉਹਨਾਂ ਦੋਨਾਂ ਦਾ ਪਿਆਰ ਹੋਇਆ ਕਿ ਉਹਨਾਂ ਨੇ ਲੋਕ ਲਾਜ ਨੂੰ ਛੱਡ ਦਿੱਤਾ। ਇੱਦਾਂ ਲੱਗ ਰਿਹਾ ਵੀ ਜਿੱਦਾਂ ਆਪਸ ਵਿੱਚ ਵਿਆਹ ਕੀਤਾ ਹੁੰਦਾ। ਇਸ ਫਿਰ ਅੱਗੇ ਲਿਖਿਆ ਹੋਇਆ ਕਿ ਜਿਹੜੀਆਂ ਕੋਈ ਚੀਜ਼ਾਂ ਇਸ਼ਕ ਮੁਸ਼ਕ ਵਗੈਰਾ, ਖਾਂਸੀ, ਲੜਾਈ, ਖੂਨ, ਇੱਕ ਜਿਹੜੇ ਆ ਸੀਕਰਟ ਨਹੀਂ ਰਹਿੰਦੇ, ਇੱਕ ਦਿਨ ਉਗੜ ਆਉਂਦੇ। ਦਰਬ ਕਲਾ ਸੁਤ ਸਾਹ ਕੇ ਉੱਪਰ ਰਹੀ ਵਿਕਾਏ, ਰਹਿਣ ਦਿਨ ਸੇ ਤਾਂ ਸੋ ਰਵੇਂ ਸਭ ਹਨ ਸੁਣੀ ਬਣਾਏ। ਸਾਰਿਆਂ ਨੇ ਸੁਣ ਲਿਆ ਕਿ ਉਹਦੇ ਨਾਲ ਉਹਦਾ ਸੰਬੰਧ ਹੈ ਤੇ ਦਿਨ ਰਾਤ ਉਹ ਦੋਨੋਂ ਇਕੱਠੇ ਰਹਿੰਦੇ ਨੇ। ਦਰਬ ਕਲਾ ਜਬ ਸ਼ਾਹ ਕੋ ਲੀਨੋ ਪੂਤ ਬੁਲਾਏ, ਆਨ ਪਿਆਦਨ ਗਹਿ ਲਿਓ ਰਹਿਓ ਨਾ ਕਛੂ ਉਪਾਏ। ਜਦੋਂ ਦਰਬ ਕਲਾ ਨੇ ਉਹ ਸ਼ਾਹ ਦੇ ਪੁੱਤਰ ਨੂੰ ਬੁਲਾਇਆ, ਕੀ ਹੋਇਆ, ਜਿਹੜੇ ਸਿਪਾਹੀ ਸੀ ਪਿਆਦੇ, ਉਹਨਾਂ ਨੇ ਆ ਕੇ ਉਹਨੂੰ ਫੜ ਲਿਆ। ਜਦੋਂ ਫੜ ਕੇ ਲਿਜਾਣ ਲੱਗੇ ਤਾਂ ਦਰਬ ਕਲਾ ਨੇ ਸ਼ਾਹ ਦੇ ਪੁੱਤਰ ਨੂੰ ਇੱਕ ਗੱਲ ਕਹੀ, ਦਰਬ ਕਲਾ ਤੇ ਭਾਂਤ ਉਚਾਰੀ, ਸੁਣੋ ਮੀਤ ਤੁਮ ਬਾਤ ਹਮਾਰੀ। ਫਿਰ ਮੇਰੀ ਗੱਲ ਸੁਣੋ, ਸੋਨ ਬੋਵਤ ਮੋਹਿ ਤੁਮ ਕਹੀਓ, ਜੋ ਕਹਿ ਨੈਣ ਨੀਚ ਕਰ ਰਹੀਓ। ਫਿਰ ਜਦੋਂ ਰਾਜੇ ਕੋ ਜਾਏਗਾ ਉਹਨੂੰ ਇਹ ਕਹਿਣਾ ਕਿ ਤੂੰ ਮੈਨੂੰ ਸੋਨਾ ਬੀਜਣਾ ਸਿਖਾ ਰਿਹਾ ਸੀ, ਉਦੋਂ ਬਾਅਦ ਅੱਖਾਂ ਨੀਵੀਆਂ ਕਰਕੇ ਖੜਾ ਹੋ ਜਾਣਾ। ਨਿਰਪ ਪਹਿ ਬਾਂਧ ਤਾਹੀਂ ਲੈ ਗਏ, ਤੇ ਵਹਿ ਵੈਣ ਵਖਾਨਤ ਪੈ। ਉਹਨੂੰ ਰਾਜੇ ਕੋ ਬੰਨ ਕੇ ਲੈ ਗਏ ਤੇ ਉੱਥੇ ਜਾ ਕੇ ਇੱਕ ਬਾਤ ਮੈਂ ਤੁਮੇ ਦਿਖਾऊं। ਫਿਰ ਉਸਨੇ ਉਹੀ ਗੱਲ ਕਹੀ ਜਿਹੜੀ ਉਸ ਰਾਜੇ ਦੀ ਲੜਕੀ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਸੋਨਾ ਬੀਜ ਕੇ ਦਿਖਾਉਣਾ। ਠੀਕ ਹੈ, ਤੇ ਅੱਗੇ ਉਹੀ ਲਿਖਿਆ ਹੋਇਆ, ਰਾਜਾ ਕਹਿੰਦਾ ਵੀ ਠੀਕ ਹੈ ਦਿਖਾ। ਉਹਦੇ ਲਈ ਉਸਨੇ ਇੱਕ ਸ਼ਰਤ ਰੱਖੀ ਕਿ ਤੁਸੀਂ ਤੇ ਮੈਨੂੰ ਤੇ ਆਪਣੀ ਲੜਕੀ ਨੂੰ 11 ਮਹੀਨੇ ਲਈ ਇੱਕ ਜਗ੍ਹਾ ਬੰਦ ਕਰ ਦਿਓ। ਸਾਡੀ ਕੋਈ ਗੱਲ ਨਹੀਂ ਕਰਨੀ, ਚੁਗਲੀ ਨਿੰਦਾ ਨਹੀਂ ਕਰਨੀ। ਮੈਂ ਉੱਥੇ ਇਸ ਚੀਜ਼ ਲਈ ਜੋ ਵੀ ਭਗਤੀ ਕਰਨੀ, ਜੋ ਕਰਨਾ ਮੈਂ ਉਹਨੂੰ ਸਮਝਾਵਾਂਗਾ। 11 ਮਹੀਨੇ ਬਾਅਦ ਆ ਕੇ ਤੁਹਾਨੂੰ ਫਿਰ ਸੋਨਾ ਬੀਜ ਕੇ ਦਿਖਾਵਾਂਗਾ। ਰਾਜਾ ਇਹ ਗੱਲ ਮੰਨ ਗਿਆ। ਉਹ ਕੀ ਲਿਖਿਆ, ਮੋਹੇ ਇਹ ਇੱਕ ਸਦਨ ਮੈਂ ਰਾਖੋ, ਭਲੀ ਬੁਰੀ ਕੁਛ ਬਾਤ ਨਾ ਪਾਖੋ। ਸਾਨੂੰ ਦੋਨਾਂ ਨੂੰ ਇੱਕ ਘਰ ਵਿੱਚ ਰੱਖੋ ਤੇ ਬੁਰੀ ਭਲੀ ਕੋਈ ਗੱਲ ਨਾ ਕਹਿਣਾ। ਜਬ ਮੈਂ ਮਾਸ ਇਕਾਦਸ ਲਹਿਓ, ਜਦੋਂ 10 ਤੇ 1 ਮਹੀਨਾ ਮਤਲਬ 11 ਮਹੀਨੇ ਹੋ ਗਏ, ਤੁਮ ਸੋ ਆਏ ਆਪ ਹੀ ਕਹਿਓ, ਮੈਂ ਆਪ ਆ ਕੇ ਤੁਹਾਨੂੰ ਕਹਾਂਗਾ ਵੀ ਸੋਨਾ ਕਿੱਦਾਂ ਬੀਜਿਆ ਜਾਂਦਾ ਹੈ। ਜਬ ਵੈ ਦੋ ਇੱਕ ਗ੍ਰਹਿ ਰਾਖੇ, ਚਲੋ ਅੱਗੇ ਸਾਰਾ ਅਸ਼ਲੀਲ ਹੈ। ਜਦੋਂ ਦੋਨਾਂ ਨੂੰ ਇੱਕ ਜਗ੍ਹਾ ਰੱਖਿਆ ਤੇ ਉਹਨਾਂ ਨੇ ਉੱਥੇ 10-11 ਮਹੀਨੇ ਸਾਰਾ ਜੋ ਹੈ ਸਰੀਰਕ ਸੰਬੰਧ ਬਣਾਏ, ਗਲਤ ਕੰਮ ਕੀਤਾ। ਇਹ ਮੈਂ ਨਹੀਂ ਪੜ੍ਹਾਂਗਾ ਕਿਉਂਕਿ ਇਹ ਪੜ੍ਹਨਾ ਠੀਕ ਨਹੀਂ ਸਮਝਦਾ। ਤੁਸੀਂ ਆਪ ਦੇਖ ਸਕਦੇ ਹੋ, ਬਹੁਤ ਗੰਦਾ ਹੈ। ਠੀਕ ਹੈ, 10 ਮਾਸਨ ਰਤ ਕਰੀ ਹਰਖ ਉਪਜਾਏ ਕੇ ਆਸਨ ਚੁੰਮਣ, ਇਹ ਸਭ ਉਹੀ ਗੰਦਗੀ ਲਿਖਿਆ ਹੋਇਆ ਹੈ। ਕੰਚਨ ਹੋਵਨ ਸਮੇਂ ਪਹੁੰਚਿਓ ਆਏ ਗਏ। ਹੁਣ ਕੀ ਹੈ, ਸੋਨਾ ਬੀਜਣ ਦਾ ਸਮਾਂ ਆ ਗਿਆ। ਤਾਂ ਫਿਰ ਲੜਕੀ ਤੇ ਉਹ ਸ਼ਾਹ ਦਾ ਲੜਕਾ ਦੋਨੋਂ ਰਾਜੇ ਕੋ ਆ ਗਏ। ਸਭ ਰਾਣੀ ਜੁਤ ਨਿਰਪ ਕੋ ਲਿਓ ਬੁਲਾਏ ਕੇ, ਸਾਰੀਆਂ ਰਾਣੀਆਂ ਨੂੰ ਬੁਲਾ ਲਿਆ ਤੇ ਬਹੁਤ ਸਾਰੇ ਹੋਰ ਰਾਜਾ ਵੀ ਆ ਗਏ ਤੇ ਬਹੁਤ ਸਾਰੇ ਜਿਹੜੇ ਪੁਰਵਾਸੀ ਜਨ ਸਭੇ ਤਮਾਸ਼ਾ ਕੋ ਗਏ। ਸਾਰੇ ਪਿੰਡ ਦੇ ਲੋਕ ਹੈ ਤਮਾਸ਼ਾ ਦੇਖਣ ਆ ਗਏ। ਹੋ ਜਹ ਅਸਥਿਤ ਵਹਿ ਤ੍ਰਿਯ ਤਹਾਂ ਹੀ ਜਾਤ ਪੈ, ਉੱਥੇ ਸਾਰੇ ਆ ਗਏ। ਜੋ ਤ੍ਰਿਯ ਪੁਰਖ ਨਾ ਵਿਨਸਿਓ ਤਾਹੀਂ ਬੁਲਾਈ ਐ, ਵਾਂ ਕਹਿ ਕਰਕੇ ਹੋਏ ਕੱਲ ਤਹੌਤ ਵਿਜਾਈ ਹੈ। ਉਹ ਕਹਿੰਦੇ ਵੀ ਉਹ ਇਸਤਰੀ ਜਾਂ ਪੁਰਸ਼ ਨੂੰ ਬੁਲਾਓ ਜਿਸ ਨੇ ਕੋਈ ਪਾਪ ਨਹੀਂ ਕੀਤਾ, ਗਲਤੀ ਨਹੀਂ ਕੀਤੀ ਹੈ, ਉਸ ਨੂੰ ਬੁਲਾਓ, ਅਸੀਂ ਉਸ ਕੋਲੋਂ ਸੋਨਾ ਭਿਜਵਾਉਂਦੇ ਹਾਂ। ਤੇ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਤੇ ਕੋਈ ਨਹੀਂ ਆਇਆ। ਫਿਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਰਾਜੇ ਨੂੰ ਕਿਹਾ ਵੀ ਇੰਜ ਕਰੋ, ਆਪਣੀਆਂ ਜਿਹੜੀਆਂ ਔਰਤਾਂ ਹੈਗੀਆਂ ਨਾ ਰਾਣੀਆਂ, ਉਹਨਾਂ ਨੂੰ ਭੇਜੋ, ਉਹ ਆ ਕੇ ਜੇ ਹੈ ਸੋਨਾ ਬੀਜਣ। ਪਰ ਆਵੇ ਉਹ ਜਿਸ ਨੇ ਕਦੀ ਕੋਈ ਪਾਪ ਨਾ ਕੀਤਾ ਹੋਵੇ, ਜਿਸ ਨੇ ਕੋਈ ਗਲਤੀ ਨਾ ਕੀਤੀ ਹੋਵੇ, ਜਿਹੜਾ ਬਿਲਕੁਲ ਸਾਫ ਪਾਕ ਹੋਵੇ, ਉਹ ਇੱਥੇ ਆ ਕੇ ਸੋਨਾ ਬੀਜੋ। ਪਰ ਹੁਣ ਕੋਈ ਵੀ ਨਾ ਆਇਆ, ਨਾ ਤਾਂ ਪਬਲਿਕ ਵਿੱਚੋਂ ਕੋਈ ਆਇਆ, ਨਾ ਰਾਣੀਆਂ ਵਿੱਚੋਂ ਕੋਈ ਆਇਆ। ਹੁਣ ਸਾਰੇ ਉੱਥੇ ਸ਼ਾਂਤੀ ਵਰਤ ਗਈ। ਜਦ ਰਾਜੇ ਨੇ ਇਹ ਬੋਲ ਸੁਣਿਆ ਤਾਂ ਦਰਪ ਕਲਾ ਨੂੰ ਬੁਲਵਾ ਲਿਆ। ਉਸ ਵਿਅਕਤੀ ਨੂੰ ਇੱਕ ਮਹਿਲ ਵਿੱਚ ਰੱਖਿਆ ਤੇ ਸੋਨਾ ਬੀਜਣ ਲਈ ਕਿਹਾ। ਮੈਨੂੰ ਅਤੇ ਇਸ ਨੂੰ ਇੱਕ ਘਰ ਵਿੱਚ ਰੱਖੋ। ਇਹ ਆਪਾਂ ਪੜ੍ਹ ਚੁੱਕੇ ਹਾਂ। ਸੋਨਾ ਬੀਜਣ ਦਾ ਸਮਾਂ ਆ ਗਿਆ ਹੈ।
ਉਸਨੇ ਸਾਰੀਆਂ ਰਾਣੀਆਂ ਸਹਿਤ ਰਾਜੇ ਨੂੰ ਬੁਲਾ ਲਿਆ। ਸਾਰੇ ਨਗਰ ਵਾਸੀ ਵੀ ਤਮਾਸ਼ਾ ਦੇਖਣ ਲਈ ਆ ਗਏ ਅਤੇ ਜਿੱਥੇ ਉਹ ਇਸਤਰੀ ਬੈਠੀ ਸੀ ਉੱਥੇ ਹੀ ਜਾ ਪਹੁੰਚੇ। ਜੋ ਇਸਤਰੀ ਜਾਂ ਪੁਰਸ਼ ਧਰਮ ਤੋਂ ਪਤਿਤ ਨਹੀਂ ਹੋਇਆ ਉਸ ਨੂੰ ਬੁਲਾਓ, ਉਸ ਦੇ ਹੱਥੋਂ ਇੱਥੇ ਸੋਨਾ ਵਿਜਵਾਓ। ਜੇ ਕੋਈ ਭ੍ਰਸ਼ਟ ਮਰਦ ਜਾਂ ਇਸਤਰੀ ਇਸ ਨੂੰ ਛੋਹੇਗੀ ਤਾਂ ਸੋਨਾ ਬਿਲਕੁਲ ਪੈਦਾ ਨਹੀਂ ਹੋਵੇਗਾ ਅਤੇ ਦੋਸ਼ ਮੈਨੂੰ ਲੱਗੇਗਾ। ਤੇ ਸ਼ਰਤ ਰੱਖਤੀ ਵੀ ਸੋਨਾ ਤਾਂ ਹੀ ਉਗਣਾ ਜੇਕਰ ਉਹ ਇਸਤਰੀ ਪੁਰਸ਼ ਆਵੇ ਜਿਸ ਨੇ ਕੋਈ ਜਿਹੜਾ ਭ੍ਰਸ਼ਟ ਨਾ ਹੋਵੇ। ਤਦ ਰਾਜੇ ਨੇ ਸਾਰਿਆਂ ਨੂੰ ਸੁਣਾ ਕੇ ਇਹ ਕਿਹਾ, ਜੋ ਭ੍ਰਸ਼ਟ ਨਹੀਂ ਹੋਇਆ ਉਹ ਜਾ ਕੇ ਸੋਨਾ ਬੀਜੇ। ਗੱਲ ਸੁਣ ਕੇ ਸਭ ਮਰਦ ਅਤੇ ਇਸਤਰੀਆਂ ਹੈਰਾਨ ਰਹਿ ਗਈਆਂ ਅਤੇ ਕੋਈ ਵੀ ਸੋਨੇ ਨੂੰ ਬੀਜਣ ਲਈ ਉਧਰ ਨੂੰ ਨਾ ਗਿਆ। ਚੌਪਈ ਦਰਪਕਲਾ ਨੇ ਇਸ ਤਰ੍ਹਾਂ ਕਿਹਾ ਕਿ ਹੇ ਰਾਜਾ ਜੀ, ਜੋ ਤੁਹਾਡੀਆਂ ਸਾਰੀਆਂ ਇਸਤਰੀਆਂ ਹਨ ਉਹਨਾਂ ਸਾਰੀਆਂ ਨੂੰ ਇਸ ਥਾਂ 'ਤੇ ਬੁਲਾਓ ਅਤੇ ਸੋਨਾ ਉਹਨਾਂ ਦੇ ਹੱਥ ਦੇ ਨਾਲ ਵਿਜਵਾਓ। ਦੋਹਰਾ ਸਭ ਰਾਣੀਆਂ ਜਿਤਨੀਆਂ ਕੁ ਸਨ ਮਨ ਵਿੱਚ ਠਠੰਬਰ ਗਈਆਂ, ਇਸ ਵਿੱਚ ਕੋਈ ਚਰਿੱਤਰ ਹੈ। ਸੋਨਾ ਕਿਸੇ ਨੇ ਵੀ ਨਾ ਬੀਜਿਆ। ਚੌਪਈ ਦਰਪਕਲਾ ਨੇ ਫਿਰ ਇਸ ਤਰ੍ਹਾਂ ਕਿਹਾ, ਜੇ ਤੁਸੀਂ ਵਿਭਚਾਰੀ ਨਹੀਂ ਤਾਂ ਬੀਜੋ, ਇਸ ਲਈ ਤੁਸੀਂ ਆ ਕੇ ਸੋਨਾ ਬੀਜੋ ਅਤੇ ਮੇਰੇ ਸਾਰਿਆਂ ਦੁੱਖਾਂ ਨੂੰ ਨਸ਼ਟ ਕਰ ਦਿਓ। ਅੜਿਲ ਸਾਰੇ ਇਸਤਰੀ ਮਰਦ ਗੱਲ ਸੁਣ ਕੇ ਮੂੰਹ ਬੰਦ ਕਰਕੇ ਰਹਿ ਗਏ। ਸੋਨਾ ਬੀਜਣ ਲਈ ਕੋਈ ਉਧਰ ਨੂੰ ਨਾ ਗਿਆ। ਤਦ ਦਰਪਕਲਾ ਨੇ ਹੱਸ ਕੇ ਕਿਹਾ, ਹੇ ਰਾਜਾ ਜੀ, ਆ ਕੇ ਮੇਰੀ ਗੱਲ ਸੁਣੋ। ਰਾਜਾ ਮਤਲਬ ਉਹਦਾ ਪਿਤਾ ਹੀ ਸੀ, ਹੋਰ ਕੋਈ ਨਹੀਂ ਸੀ। ਜੇ ਕੋਈ ਰਾਜਾ ਇਸਤਰੀ ਪੁਰਸ਼ ਨੂੰ ਪਹਿਲਾਂ ਮਾਰਦਾ ਸੀ ਤਾਂ ਤਲਵਾਰ ਲੈ ਕੇ ਸਾਨੂੰ ਮਾਰ ਦਿਓ। ਭ੍ਰਸ਼ਟ ਹੋਣ ਤੋਂ ਬਿਨਾਂ ਕੋਈ ਇਸ ਸੰਸਾਰ ਵਿੱਚ ਨਹੀਂ ਰਿਹਾ, ਇਸ ਲਈ ਜੋ ਅੱਜ ਮੈਂ ਅਪਰਾਧ ਕੀਤਾ ਹੈ ਉਸ ਨੂੰ ਮਾਫ ਕਰ ਦਿਓ। ਦੋਹਰਾ ਤਦ ਅੱਗੇ ਅੜਲ ਪੜ੍ਹਦੇ ਹਾਂ। ਇਸ ਤਰ੍ਹਾਂ ਦੇ ਚਰਿੱਤਰ ਨਾਲ ਨੌਜਵਾਨ ਇਸਤਰੀ ਨੇ ਸਭ ਨੂੰ ਛਲ ਲਿਆ। ਰਾਜੇ ਨੇ ਕੀ ਕੀਤਾ, ਉਸ ਸ਼ਾਹ ਦੇ ਪੁੱਤਰ ਨਾਲ ਉਹਦਾ ਵਿਆਹ ਕਰ ਦਿੱਤਾ। ਇਸ ਤਰ੍ਹਾਂ ਕਰਕੇ ਉਸ ਨੌਜਵਾਨ ਔਰਤ ਨੇ ਸਾਰਿਆਂ ਨੂੰ ਛਲ ਲਿਆ ਅਤੇ ਉਸਨੇ ਉਹ ਆਪਣੇ ਮਨ ਭਾਉਂਦੇ ਖਸਮ ਨੂੰ ਪ੍ਰਾਪਤ ਕਰ ਲਿਆ। ਸਭ ਸ਼ੁਭ ਹੈ। ਇਹ ਹੈ ਚਰਿੱਤਰ ਜੋ ਹੈ ਅਸੀਂ ਪੜ੍ਹਿਆ 154। ਹੁਣ ਗੱਲ ਸਮਝਣ ਵਾਲੀ ਕਿਹੜੀ ਆ ਕਿ ਇਸ ਕਹਾਣੀ ਵਿੱਚ ਕੀ ਹੈ। ਇਹ ਕੋਈ ਜਿਹੜਾ 5ਵੀਂ ਕਲਾਸ ਦਾ ਬੱਚਾ ਹੋਏਗਾ ਨਾ, 5ਵੀਂ ਕਲਾਸ ਦਾ, ਕੋਈ ਬਹੁਤ ਵਿਦਵਾਨ ਦੀ ਲੋੜ ਨਹੀਂ, ਉਹਨੂੰ ਕਹੋ ਵੀ ਸੋਨਾ ਬੀਜਣਾ, ਉਹ ਕਹੇ ਯਾਰ ਸੋਨਾ ਬੀਜਿਆ ਨਹੀਂ ਜਾ ਸਕਦਾ। ਸੋਨਾ ਇੱਕ ਧਾਤ ਹੈ, ਇਹ ਖੇਤੀ ਵਿੱਚ ਨਹੀਂ ਉੱਗਦੀ, ਜ਼ਮੀਨ ਵਿੱਚੋਂ ਮਿਲੇਗੀ, ਪੱਥਰਾਂ ਵਿੱਚੋਂ ਮਿਲੇਗੀ, ਪੀ ਕੇ ਮਿਲ ਸਕਦੀ ਹੈ, ਪਰ ਸੋਨਾ ਬੀਜਿਆ ਨਹੀਂ ਜਾ ਸਕਦਾ, ਸੋਨਾ ਉੱਗਦਾ ਨਹੀਂ। ਹੁਣ ਐਡਾ ਘਟੀਆ ਚਰਿੱਤਰ, ਇੱਕ ਤਾਂ ਅਸ਼ਲੀਲ, ਦੂਜਾ ਉਹਦੀ ਕੋਈ ਮਿਆਰ ਹੀ ਨਹੀਂ। ਕੀ ਮਿਆਰ ਹੈ ਕਿ ਸੋਨਾ ਲੋਹਾ ਬੀਜਿਆ ਜਾਂਦਾ? ਇਹ ਕਣਕ ਜਾਂ ਮੱਕੀ ਹੈ? ਕਿਉਂਕਿ ਸਾਡੇ ਦਿਮਾਗਾਂ ਨੂੰ ਖੋਖਲਾ ਕੀਤਾ ਹੋਇਆ ਕਿਹਨਾਂ ਨੇ? ਅੱਜ ਵੀ ਵੱਡੇ ਵੱਡੇ ਧੁਰੰਤਰ ਵਿਦਵਾਨ ਨੇ ਜਿਹੜੇ ਉਸ ਅਸਥਾਨ ਤੋਂ ਸਰੋਪਾ ਲੈ ਕੇ ਆਏ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹ ਅਸ਼ਲੀਲ ਗ੍ਰੰਥ ਦਾ ਵਿਚਿੱਤਰ ਨਾਟਕ ਦਾ ਪ੍ਰਕਾਸ਼ ਕੀਤਾ ਹੋਇਆ ਹਜ਼ੂਰ ਸਾਹਿਬ ਤੋਂ। ਜੇ ਨਹੀਂ ਹੈ ਤਾਂ ਜਿਹੜਾ 9 ਤਰੀਕ ਦਾ ਗੁਰਪੁਰਬ ਮਨਾਇਆ ਨਾ ਦਸ਼ਮੇਸ਼ ਪਿਤਾ ਜੀ ਦਾ, ਸਨਾਤਨੀ ਸਿੱਖਾਂ ਨੇ, ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਉਹ ਕੁਝ ਪੁਰਾਣੀ ਵੀਡੀਓ ਕੱਢ ਕੇ ਦੇਖ ਲਿਓ। ਉਹ ਪੰਥ ਦਾ ਮਹਾਨ ਵਿਦਵਾਨ ਹੈ ਜਿਸ ਨੂੰ ਬੱਚਾ ਪਿਆ ਸੁਣਦਾ। ਕੌਣ ਹੈ? ਨਾਂ ਲੈ ਦੇਣਾ। ਉਹ ਹੈ ਗਿਆਨੀ ਪਿੰਦਰਪਾਲ ਸਿੰਘ। ਇਹ ਉਸ ਸਥਾਨ ਤੋਂ ਸਰੋਪਾ ਲੈ ਕੇ ਆਇਆ, ਪੱਗ ਉੱਤੇ ਪੱਗ ਬੰਨੀ ਔਰ ਪੂਰਾ ਪਾ ਕੇ ਸਰੋਪਾ, ਪੂਰਾ ਗੌਣ ਪਾ ਕੇ ਅਤੇ ਵੱਡੀ ਸਰੀਸਾ ਪਾ ਕੇ ਇਹਨਾਂ ਨੂੰ ਉੱਥੋਂ ਸਰੋਪਾ ਦਿੱਤਾ। ਇਹ ਸਰੋਪਾ ਲੈ ਕੇ ਆਇਆ। ਸਾਰੇ ਪੰਥ ਨੇ ਦੇਖਿਆ, ਸਾਰੇ ਪੰਥ ਨੇ ਪ੍ਰਮਾਣਿਤ ਕਰ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਕੋਈ ਸੁਪਰਮਸੀ ਨਹੀਂ ਹੈ। ਵੱਡੇ ਵੱਡੇ ਵਿਦਵਾਨਾਂ ਨੇ ਫਿਰ ਕੀ ਹੈ, ਚੌਰ ਤਖਤ ਦੇ ਮਾਲਕ ਇਹੀ ਭਾਈ ਸਾਹਿਬ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਇਸ ਆਮ ਧਾਰਮਿਕ ਕਿਤਾਬ ਨਹੀਂ ਹੈ, ਇਹ ਹੋਲੀ ਬੁੱਕ ਨਹੀਂ ਹੈ, ਇਹ ਸਾਡਾ ਗੁਰੂ ਹੈ। ਪਰ ਜੇ ਹੋਰ ਗ੍ਰੰਥਾਂ ਉੱਤੇ ਵੀ ਚੌਰ ਤਖਤ ਹੋ ਰਿਹਾ, ਉੱਥੋਂ ਤੁਸੀਂ ਸਰੋਪਾ ਲੈ ਰਹੇ ਹੋ,
ਫਿਰ ਯਾਰ ਖੇਖਣ ਕਿਉਂ ਕਰਦੇ ਪਏ ਹੋ, ਝੂਠ ਬੋਲਦੇ ਪਏ ਹੋ ਤੁਸੀਂ। ਅੰਦਰ ਤੁਹਾਡੇ ਹੋਰ ਹੈ, ਬਾਹਰ ਹੋਰ ਹੈ। ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ। ਪਹਿਲਾਂ ਮਸਕੀਨ ਸਾਹਿਬ ਕਰਦੇ ਰਹੇ, ਹੁਣ ਤੁਸੀਂ ਸਾਰੇ ਰਲ ਮਿਲ ਕੇ ਕਰੀ ਜਾਂਦੇ ਹੋ। ਇੱਕ ਸਟੈਂਡ ਤੇ ਖੜੇ ਹੋ, ਜਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਨ ਹਨ ਜਾਂ ਨਹੀਂ ਹਨ। ਕਿਉਂਕਿ ਜੇ ਤਾਂ ਤੁਸੀਂ ਉਹਨਾਂ ਸਥਾਨਾਂ ਤੋਂ ਸਰੋਪੇ ਲੈਣੇ ਨੇ, ਫਿਰ ਸਿੱਧਾ ਹੀ ਸਾਨੂੰ ਸਮਝ ਆਉਂਦੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਨ ਨਹੀਂ ਮੰਨਦੇ ਹੋ, ਸਿਰਫ ਗੱਲੀ ਬਾਤੀਂ ਗੱਲਾਂ ਕਰਦੇ ਹੋ। ਨਹੀਂ ਤਾਂ ਜਿੱਥੇ ਚੌਰ ਤਖਤ ਗੁਰੂ ਗ੍ਰੰਥ ਸਾਹਿਬ ਦੇ ਹੋਵੇ, ਉੱਥੇ ਕਿਸੇ ਹੋਰ ਗ੍ਰੰਥ 'ਤੇ ਵੀ ਹੋਵੇ, ਔਰ ਤੁਸੀਂ ਚੁੱਪਚਾਪ ਉੱਥੋਂ ਸਰੋਪਾ ਲੈ ਕੇ ਉਹਦੀ ਵਡਿਆਈਆਂ ਕਰਕੇ ਆਵੋ। ਔਰ ਫਿਰ ਪੰਥਕ, ਫਿਰ ਮਹਾਨ ਵਿਦਵਾਨ। ਮਾफ़ ਕਰਨਾ, ਇਤਿਹਾਸ ਨੇ ਮਾफ़ ਨਹੀਂ ਜੇ ਕਰਨਾ। ਇਤਿਹਾਸ ਦੇ ਵਿੱਚ ਤੁਹਾਡਾ ਬਲੈਕ ਸਪੌਟ 'ਚ ਨਾਂ ਲਿਖਿਆ ਜਾਣਾ, ਇਹ ਹੁਣ ਤੁਸੀਂ ਆਪ ਸਮਝਣਾ ਕਿ ਤੁਸੀਂ ਇਤਿਹਾਸ ਦੇ ਕਿਹੜੇ ਪਾਸੇ ਖੜੇ ਹੋਣਾ। ਇਹ ਮੈਂ ਟੀਵੀ ਵਿੱਚ ਦੇਖਿਆ, ਮੈਂ ਕੋਈ ਹਵਾਈ ਗੱਲਾਂ ਨਹੀਂ ਕਰ ਰਿਹਾ। ਪਰ ਜੇ ਤੁਸੀਂ ਐਵੇਂ ਮੰਨਦੇ ਹੋ, ਫਿਰ ਮੈਂ ਦੱਸ ਦੇਵਾਂ, ਅਸੀਂ ਐਵੇਂ ਨਹੀਂ ਮੰਨਦੇ। ਅਸੀਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਤਿਗੁਰੂ ਮੰਨਦੇ ਹਾਂ, ਹੋਰ ਕਿਸੇ ਗ੍ਰੰਥ ਨੂੰ ਨਹੀਂ ਮੰਨਦੇ। ਜਿੱਥੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਕੀਤਾ ਹੋਇਆ, ਅਸੀਂ ਉੱਥੇ ਜਾਂਦੇ ਵੀ ਨਹੀਂ। ਸੋ ਅੱਜ ਦੀ ਵਿਚਾਰ ਇੰਨੀ ਹੈ। ਜੇਕਰ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਾਂਝਾ ਕਰੋ। ਇਹ ਕੰਮ ਤਾਂ ਤੁਸੀਂ ਆਮ ਸਿੱਖ ਕਰ ਹੀ ਸਕਦੇ ਨਾ। ਵੀਡੀਓ ਬਣਾਉਣਾ ਔਖਾ ਹੈ, ਪਰ ਆਹ ਕੰਮ ਜੇ ਤੁਹਾਨੂੰ ਚੰਗਾ ਲੱਗਾ ਤਾਂ ਫਿਰ ਹਰ ਬੱਚੇ ਤੱਕ ਇਹ ਗਿਆਨ ਪੁੱਜਣਾ ਚਾਹੀਦਾ ਹੈ। ਸਾਡੇ ਦਸ਼ਮੇਸ਼ ਪਿਤਾ ਜੀ ਨਾਲ ਬਹੁਤ ਜ਼ਿਆਦਤੀ ਕੀਤੀ ਆ। ਉਹ ਕਿੰਨੀਆਂ ਉਹਨਾਂ ਦੀਆਂ ਕੁਰਬਾਨੀਆਂ ਅਸੀਂ ਆ ਗ੍ਰੰਥ ਉਹਨਾਂ ਦੇ ਸਿਰ ਮੜ ਦਿੱਤਾ। ਇਹਦੂ ਵੱਡਾ ਗੁਨਾਹ, ਇਹਦੂ ਵੱਡਾ ਪਾਪ ਹੋਰ ਕੋਈ ਦੁਨੀਆ ਦਾ ਬੰਦਾ ਨਹੀਂ ਕਰ ਸਕਦਾ। ਗੁਰਮੁਖੋ, ਇਹਨਾਂ ਗ੍ਰੰਥਾਂ ਦੀ ਵਿਆਖਿਆ ਦੂਜੇ ਧਰਮਾਂ ਵਾਲੇ ਅਸੀਂ ਤਾਂ ਬਚ ਕੇ ਕਰਦੇ ਨਾ। ਅਸ਼ਲੀਲ ਇੱਥੋਂ ਨਹੀਂ ਬੋਲਣਾ, ਇੱਥੋਂ ਤੁਸੀਂ ਪੜ੍ਹ ਲਿਓ। ਉਹ ਐਨ ਕਰੋੜ ਕੇ ਇੰਗਲਿਸ਼ ਵਿੱਚ, ਉਹ ਉਰਦੂ ਵਿੱਚ, ਜਿੰਨੀਆਂ ਬੋਲੀਆਂ ਉਹਨਾਂ ਨੂੰ ਆਉਂਦੀਆਂ, ਮੇਰੇ ਕੋਲ ਵੀਡੀਓ ਆ ਰਹੀਆਂ। ਉਦੋਂ ਸਾਨੂੰ ਕੋਈ ਰਾਹ ਨਹੀਂ ਲੱਭਣਾ ਭੱਜਣ ਦਾ। ਵੇਲੇ ਸਿਰ ਪ੍ਰਬੰਧ ਕਰ ਲਈਏ, ਇਸ ਗ੍ਰੰਥ ਤੋਂ ਪਿੱਛਾ ਛੁਡਾ ਲਈਏ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।